ਅੱਜ ਆਪਾਂ ਪੰਜਾਬੀ ਵਿਆਕਰਨ ਦਾ ਟੋਪਿਕ ਵਿਸ਼ਰਾਮ ਚਿੰਨ੍ਹ ਬਾਰੇ ਪੜਾਂਗੇ। ਸਭ ਤੋਂ ਆਪਾਂ ਪਹਿਲਾਂ ਦੇਖਾਂਗੇ ਕਿ ਵਿਸ਼ਰਾਮ ਚਿੰਨ੍ਹ ਕਹਿੰਦੇ ਕਿਹਨੂੰ ਨੇ ਬੇਟਾ। ਵਿਸ਼ਰਾਮ ਦਾ ਅਰਥ ਹੁੰਦਾ ਹੈ ਆਰਾਮ। ਵਿਸ਼ਰਾਮ ਕੀ ਹੁੰਦਾ ਹੈ? ਆਰਾਮ ਜਾਂ ਠਹਿਰਾਓ, ਮਤਲਬ ਠਹਿਰਨਾ। ਇਸ ਦੀ ਪਰਿਭਾਸ਼ਾ ਕੀ ਹੁੰਦੀ ਹੈ? ਕਿਸੇ ਲਿਖਤ ਨੂੰ, ਲਿਖੀ ਹੋਈ ਗੱਲ ਨੂੰ ਪੜ੍ਹਨ ਜਾਂ ਬੋਲਣ ਲਈ ਜਦੋਂ ਆਪਾਂ ਵਾਕਾਂ ਵਿੱਚ ਬੇਟਾ ਥੋੜ੍ਹੀ ਦੇਰ ਮਗਰੋਂ ਠਹਿਰਦੇ ਹਾਂ, ਕੁਝ ਵੀ ਬੋਲਦੇ ਹੋਏ, ਤਾਂ ਉਸਨੂੰ ਲਗਾਉਂਦੇ ਹਾਂ ਚਿੰਨ੍ਹ, ਉਸਨੂੰ ਕੀ ਕਹਿੰਦੇ ਆ? ਵਿਸ਼ਰਾਮ ਚਿੰਨ੍ਹ। ਜਾਂ ਇੱਕ ਹੋਰ ਤਰ੍ਹਾਂ ਮੈਂ ਦੱਸ ਰਹੀ ਹਾਂ, ਲਿਖਣ ਸਮੇਂ ਆਪਣੀ ਗੱਲ ਨੂੰ ਸਹੀ ਢੰਗ ਨਾਲ ਸਮਝਾਉਣ ਲਈ ਅਸੀਂ ਜਿਹੜੇ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ ਉਹਨਾਂ ਨੂੰ ਕਹਿੰਦੇ ਨੇ ਵਿਸ਼ਰਾਮ ਚਿੰਨ੍ਹ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਰਾਹੀਂ ਸਮਝਾ ਰਹੀ ਹਾਂ। ਐਗਜ਼ਾਮਪਲ ਕੀ ਹੈ ਬੇਟਾ? ਦੇਖੋ, ਫੜੋ ਨਾ ਆਉਣ ਦਿਓ। ਮੈਂ ਇੱਕ ਐਗਜ਼ਾਮਪਲ ਲੈ ਲਈ, ਮੈਂ ਕਿਤੇ ਵੀ ਹਲੇ ਚਿੰਨ੍ਹ ਯੂਜ਼ ਨਹੀਂ ਕੀਤਾ, ਬਟ ਜਦੋਂ ਮੈਂ ਚਿੰਨ੍ਹ ਯੂਜ਼ ਕਰਦੀ ਹਾਂ, ਵਰਤਦੀ ਹਾਂ, ਤਾਂ ਇਸਦੇ ਮੀਨਿੰਗ ਚੇਂਜ ਹੋ ਜਾਂਦੇ ਨੇ। ਜਿਵੇਂ ਫੜੋ ਨਾ, ਮੈਨੇ ਇਸ ਤੋਂ ਬਾਅਦ ਕੋਮਾ ਲਗਾਤਾ, ਵਿਸ਼ਰਾਮ ਚਿੰਨ੍ਹ ਯੂਜ਼ ਕਰਤਾ, ਆਉਣ ਦਿਓ, ਇਸਦਾ ਮੀਨਿੰਗ ਵੀ ਬਣ ਗਿਆ ਕਿ ਤੁਹਾਡੇ ਅੰਦਰ ਰੂਮ 'ਚ ਆ ਰਿਹਾ ਹੈ ਕਿ ਉਸਨੂੰ ਰੋਕੋ ਨਾ, ਅੰਦਰ ਆਉਣ ਦਿਓ, ਕਿ ਮੇਰੇ ਕੋਲ ਆਉਣ ਦਿਓ। ਉਸ ਤੋਂ ਬਾਅਦ ਮੈਂ ਫੜੋ ਤੋਂ ਬਾਅਦ ਜਦੋਂ ਕੋਮਾ ਲਗਾਉਂਦੀ ਹਾਂ ਤਾਂ ਇਸ ਦੇ ਮੀਨਿੰਗ ਚੇਂਜ ਹੋ ਰਹੇ ਨੇ ਬੇਟਾ। ਫੜੋ ਮਤਲਬ ਉਹਨੂੰ ਰੋਕ ਲਓ, ਉਹਨੂੰ ਅੰਦਰ ਨਾ ਆਉਣ ਦਿਓ। ਇਸ ਤਰ੍ਹਾਂ ਜਦੋਂ ਆਪਾਂ ਵਿਸ਼ਰਾਮ ਚਿੰਨ੍ਹ ਯੂਜ਼ ਕਰਦੇ ਹਾਂ ਤਾਂ ਇਸ ਦੇ ਮਤਲਬ ਚੇਂਜ ਹੋ ਜਾਂਦੇ ਨੇ, ਜੋ ਵੀ ਆਪਣਾ ਸੈਂਟੈਂਸ ਹੁੰਦਾ। ਹੁਣ ਆਪਾਂ ਪੜ੍ਹਾਂਗੇ ਕਿ ਵਿਸ਼ਰਾਮ ਚਿੰਨ੍ਹ ਦੀਆਂ ਕਿਸਮਾਂ ਕਿੰਨੀਆਂ ਨੇ। 13 ਤਰ੍ਹਾਂ ਦਾ ਹੁੰਦਾ ਬੇਟਾ। ਡੰਡੀ, ਪ੍ਰਸ਼ਨ ਚਿੰਨ੍ਹ, ਵਿਸਮਿਕ ਚਿੰਨ੍ਹ, ਕੋਮਾ, ਪੁੱਠੇ ਕੋਮੇ, ਬਿੰਦੀ ਕੋਮਾ, ਬ੍ਰੈਕਟ, ਜੋੜਨੀ, ਛੁੱਟ ਮਰੋੜੀ, ਦੁਬਿੰਦੀ ਡੈਸ਼, ਬਿੰਦੀ ਤੇ ਡੈਸ਼। ਹੁਣ ਆਪਾਂ ਪੜ੍ਹਦੇ ਹਾਂ ਬੇਟਾ ਵਿਸ਼ਰਾਮ ਚਿੰਨ੍ਹ ਦਾ ਨਾਮ ਪੜ੍ਹ ਕੇ ਆਪਾਂ ਉਸਦਾ ਚਿੰਨ੍ਹ ਦੇਖਾਂਗੇ। ਮੈਂ ਤੁਹਾਨੂੰ ਉਸਦੀ ਡੈਫੀਨੇਸ਼ਨ ਵੀ ਦੱਸਾਂਗੀ ਕਿ ਕਿੱਥੇ ਯੂਜ਼ ਹੁੰਦਾ ਅਤੇ ਉਸਦੀ ਐਗਜ਼ਾਮਪਲ ਲਵਾਂਗੇ। ਸਭ ਤੋਂ ਪਹਿਲਾਂ ਡੰਡੀ ਜਾਂ ਪੂਰਨ ਵਿਸ਼ਰਾਮ। ਪੂਰਨ ਵਿਸ਼ਰਾਮ ਹੁੰਦਾ ਬੇਟਾ ਜਿਹੜਾ ਠਹਿਰਾਅ ਹੁੰਦਾ ਕਿ ਲਾਸਟ 'ਤੇ, ਇਹ 'ਚ ਜਿਵੇਂ ਆਪਾਂ ਐਗਜ਼ਾਮਪਲ ਲੈ ਰਹੇ ਹਾਂ ਕਿ ਅੰਤ 'ਤੇ ਲੱਗਦਾ। ਜਿਹੜੀ ਵੀ ਡੰਡੀ ਹੁੰਦੀ ਹੈ ਜਾਂ ਪੂਰਨ ਵਿਸ਼ਰਾਮ ਹੈ, ਇਹ ਸੈਂਟੈਂਸ ਦੇ ਅੰਤ 'ਚ ਲੱਗਦਾ। ਜਿਵੇਂ ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ, ਆਪਾਂ ਕਿਤੇ ਵੀ ਵਿੱਚ ਨਹੀਂ ਨਾ ਰੁਕ ਰਹੇ, ਇਹ ਕਿੱਥੇ ਲੱਗਦਾ ਹੈ? ਅੰਤ 'ਚ, ਲਾਸਟ 'ਤੇ ਡੰਡੀ ਲੱਗੀ ਹੋਈ ਹੈ। ਉਸ ਤੋਂ ਬਾਅਦ ਹੈ ਪ੍ਰਸ਼ਨ ਚਿੰਨ੍ਹ। ਜਦੋਂ ਆਪਾਂ ਕੋਈ ਕੁਐਸਚਨ ਪੁੱਛਣਾ ਹੁੰਦਾ, ਕੁਐਸਚਨ ਮਾਰਕ, ਜਦੋਂ ਆਪਾਂ ਕੋਈ ਕੁਐਸਚਨ ਪੁੱਛਦੇ ਹਾਂ, ਜਿਵੇਂ ਕੀ ਇਹ ਤੁਹਾਡੀ ਕਲਾਸ ਹੈ, ਆਪਾਂ ਪੁੱਛ ਰਹੇ ਹਾਂ ਨਾ ਕਿ ਇਹ ਤੁਹਾਡੀ ਕਲਾਸ ਹੈ ਜਾਂ ਤੁਹਾਡੀ ਜਮਾਤ ਹੈ, ਲਾਸਟ 'ਤੇ ਕੁਐਸਚਨ ਆਨਸਰ। ਉਸ ਤੋਂ ਬਾਅਦ ਹੈ ਬੇਟਾ ਵਿਸਮਿਕ ਚਿੰਨ੍ਹ। ਵਿਸਮਿਕ ਚਿੰਨ੍ਹ ਕਿਵੇਂ ਲੱਗਦਾ? ਤੁਹਾਨੂੰ ਸ਼ੋਅ ਕੀਤਾ ਹੋਇਆ ਹੈ, ਡੰਡੀ, ਬਿੰਦੀ, ਡੰਡੀ ਲਗਾ ਕੇ ਨੀਚੇ ਬਿੰਦੀ। ਇਹ ਆਪਾਂ ਕਦੋਂ ਲਗਾਉਂਦੇ ਹਾਂ? ਜਦੋਂ ਆਪਾਂ ਆਪਣੇ ਮਨ ਦੇ ਭਾਵ ਪ੍ਰਗਟ ਕਰਨੇ ਹੁੰਦੇ ਨੇ, ਖੁਸ਼ੀ, ਗਮੀ, ਦੁੱਖ, ਸੁੱਖ। ਕਹਿੰਦੇ ਵਾਹ ਤੁਸੀਂ ਤਾਂ ਕਮਾਲ ਕਰ ਦਿੱਤੀ। ਵਾਹ ਤੋਂ ਬਾਅਦ ਲੱਗ ਰਿਹਾ ਕਿ ਆਪਾਂ ਖੁਸ਼ ਹੋ ਕੇ ਕਹਿ ਰਹੇ ਹਾਂ, ਵਾਹ ਤੁਸੀਂ ਤਾਂ ਕਮਾਲ ਕਰ ਦਿੱਤੀ। ਉਸ ਤੋਂ ਬਾਅਦ ਹੈ ਬੇਟਾ ਕੋਮਾ। ਕੋਮਾ ਕਿੱਥੇ ਲੱਗਦਾ? ਦੇਖੋ, ਜਦੋਂ ਆਪਾਂ ਅਲਪ ਵਿਸ਼ਰਾਮ, ਮਤਲਬ ਥੋੜ੍ਹਾ ਜਿਹਾ ਵਿਸ਼ਰਾਮ, ਥੋੜ੍ਹਾ ਜਿਹਾ ਰੁਕਣਾ ਹੋਵੇ, ਥੋੜ੍ਹਾ ਜਿਹਾ ਅਟਕਾ ਪੈਦਾ ਕਰਨਾ ਹੋਵੇ, ਜਿਵੇਂ ਆਪਾਂ ਐਗਜ਼ਾਮਪਲ ਲਿੱਤੀ ਸੀ ਸਟਾਰਟਿੰਗ 'ਚ ਹੀ। ਉਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਵੀ ਦੱਸ ਰਹੀ ਹਾਂ। ਜਿਵੇਂ ਆਪਾਂ ਫਲਾਵਰਸ ਦੇ ਨੇਮ ਲਿਖ ਰਹੇ ਹਾਂ, ਬਗੀਚੇ ਵਿੱਚ ਗੁਲਾਬ, ਚਮੇਲੀ, ਗੇਂਦੇ ਦੇ ਫੁੱਲ ਖਿੜੇ ਹਨ, ਸਾਰਿਆਂ ਦੇ ਵਿੱਚ ਕੀ ਲਗਾਇਆ? ਗੁਲਾਬ ਤੋਂ ਬਾਅਦ ਕੋਮਾ, ਚਮੇਲੀ ਤੋਂ ਬਾਅਦ ਕੋਮਾ, ਗੇਂਦੇ ਤੋਂ ਬਾਅਦ ਕੋਮਾ। ਜਾਂ ਮੈਂ ਤੁਹਾਨੂੰ ਸਟਾਰਟਿੰਗ 'ਚ ਐਗਜ਼ਾਮਪਲ ਦਿੱਤੀ ਸੀ ਫੜੋ ਨਾ ਆਉਣ ਦਿਓ। ਨੈਕਸਟ ਹੈ ਬੇਟਾ ਆਪਣੇ ਕੋਲ ਦੁਬਿੰਦੀ। ਜਦੋਂ ਆਪਾਂ ਕੀ ਕਰਦੇ ਹਾਂ, ਸਾਰੇ ਅੱਖਰ ਨਾਲ ਲਿਖ ਕੇ ਘੱਟ ਅੱਖਰ ਲਿਖਦੇ ਹਾਂ। ਜਿਵੇਂ ਆਪਾਂ ਪ੍ਰਿੰਸੀਪਲ ਲਿਖਣਾ ਹੈ, ਪ੍ਰਿੰਸੀਪਲ ਦੇ ਸਪੈਲਿੰਗਸ ਆਪਾਂ ਨੂੰ ਲੈਂਥੀ ਲੱਗ ਰਹੇ ਆ, ਆਪਾਂ ਇਸਨੂੰ ਸ਼ੋਰਟ ਫੋਰਮ 'ਚ ਲਿਖਦੇ ਹਾਂ। ਤੁਸੀਂ ਐਵੇਂ ਕਹਿ ਦਿਓ ਸ਼ੋਰਟ ਫੋਰਮ 'ਚ ਲਿਖਦੇ ਹਾਂ, ਉਦੋਂ ਕੀ ਯੂਜ਼ ਕਰਦੇ ਹਾਂ? ਦੁਬਿੰਦੀ। ਉਸ ਤੋਂ ਬਾਅਦ ਹੈ ਬੇਟਾ ਡੈਸ਼। ਡੈਸ਼ ਕਦੋਂ ਯੂਜ਼ ਕਰਦੇ ਹਾਂ? ਜਦੋਂ ਕਿਸੇ ਦੀ ਕਹੀ ਗੱਲ ਨੂੰ ਸਪਸ਼ਟ ਕਰਨ ਲਈ ਆਪਾਂ ਵਾਧੂ ਗੱਲ ਕਹਿੰਦੇ ਹਾਂ। ਜਦੋਂ ਆਪਾਂ ਕਿਸੇ ਦੀ ਗੱਲ ਨੂੰ ਸਪਸ਼ਟ ਕਰਨਾ, ਕਿਸੇ ਵੀ ਗੱਲ ਨੂੰ ਸਪਸ਼ਟ ਕਰਨਾ, ਕਹੀ ਗੱਲ ਨੂੰ, ਤਾਂ ਆਪਾਂ ਵਾਧੂ ਗੱਲ ਕਹਿੰਦੇ ਹਾਂ। ਜਿਵੇਂ ਅੰਬ ਪਾਤਰਾਂ ਦੇ ਵਾਰਤਾਲਾਪ ਬਾਰੇ, ਜਿਵੇਂ ਮਾਤਾ ਰਵੀ ਕੀ ਕਰ ਰਿਹਾ ਹੈ? ਰਵੀ ਅੱਗੋਂ ਆਨਸਰ ਦੇ ਰਿਹਾ, ਮੈਂ ਖੇਡ ਰਿਹਾ ਹਾਂ। ਮਾਤਾ ਤੋਂ ਬਾਅਦ ਲੱਗਿਆ ਬੇਟਾ, ਰਵੀ ਤੋਂ ਬਾਅਦ ਲੱਗਿਆ। ਉਸ ਤੋਂ ਬਾਅਦ ਹੈ ਦੁਬਿੰਦੀ ਡੈਸ਼। ਦੁਬਿੰਦੀ ਡੈਸ਼ ਕਦੋਂ ਲੱਗਦਾ ਹੈ? ਉਦਾਹਰਨ ਦੇਣ ਤੋਂ ਪਹਿਲਾਂ, ਜਦੋਂ ਵੀ ਆਪਾਂ ਕੋਈ ਐਗਜ਼ਾਮਪਲ ਦੇਣੀ ਹੁੰਦੀ ਹੈ, ਉਦੋਂ ਆਪਾਂ ਕੀ ਲਗਾਉਂਦੇ ਹਾਂ? ਦੁਬਿੰਦੀ ਡੈਸ਼। ਜਿਵੇਂ ਸਾਨੂੰ ਇਹ ਚੀਜ਼ਾਂ ਦੀ ਜ਼ਰੂਰਤ ਹੈ, ਆਪਾਂ ਐਗਜ਼ਾਮਪਲ ਲਿਖ ਦਿੰਦੇ ਹਾਂ ਨਾ, ਉਸ ਤੋਂ ਬਾਅਦ ਦੁਬਿੰਦੀ ਡੈਸ਼। ਕਿਹੜੀਆਂ ਚੀਜ਼ਾਂ ਦੀ? ਚੌਕ, ਕਾਪੀ, ਪੈਨ।
ਉਸ ਤੋਂ ਬਾਅਦ ਹੈ ਪੁੱਠੇ ਕੌਮੇ। ਜਦੋਂ ਕਿਸੇ ਦੇ ਕਹੇ ਜਾਂ ਲਿਖੇ ਸ਼ਬਦਾਂ ਨੂੰ ਆਪਾਂ ਪ੍ਰੋਪਰ ਉਸੀ ਵੇ 'ਚ ਲਿਖਣਾ ਹੋਵੇ, ਜਦੋਂ ਆਪਾਂ ਕਿਸੇ ਦੇ ਲਿਖੇ ਅੱਖਰਾਂ ਨੂੰ ਜਾਂ ਕਹੇ ਸ਼ਬਦਾਂ ਨੂੰ ਉਸੇ ਤਰ੍ਹਾਂ ਲਿਖਣਾ ਹੋਵੇ, ਉਦੋਂ ਆਪਾਂ ਕੀ ਯੂਜ਼ ਕਰਦੇ ਹਾਂ? ਪੁੱਠੇ ਕੌਮੇ। ਉਸ ਤੋਂ ਬਾਅਦ ਹੈ ਬੇਟਾ ਬ੍ਰੈਕਟ। ਬ੍ਰੈਕਟ ਕਦੋਂ ਯੂਜ਼ ਕਰਦੇ ਹਾਂ ਆਪਾਂ? ਵਾਕ ਜਾਂ ਸ਼ਬਦਾਂ ਦੇ ਅਰਥਾਂ ਨੂੰ ਹੋਰ ਸਪਸ਼ਟ ਕਰਨਾ। ਕਦੋਂ ਯੂਜ਼ ਕਰਦੇ ਹਾਂ? ਜਦੋਂ ਆਪਾਂ ਇਸਨਾਂ ਨੂੰ ਅਰਥ ਸਪਸ਼ਟ ਕਰਨਾ ਹੋਵੇ। ਕਿਹਨਾਂ ਦਾ? ਵਾਕ ਜਾਂ ਸ਼ਬਦਾਂ ਦੇ ਅਰਥਾਂ ਨੂੰ ਸਪਸ਼ਟ ਕਰਨਾ ਹੋਵੇ, ਮਤਲਬ ਦੱਸਣਾ ਹੋਵੇ, ਉਦੋਂ ਆਪਾਂ ਕੀ ਯੂਜ਼ ਕਰਦੇ ਹਾਂ? ਬ੍ਰੈਕਟ। ਮੈਂ ਉਹਨਾਂ ਤੋਂ, ਕਿਹਨਾਂ ਤੋਂ? ਮਾਤਾ ਤੋਂ ਆਗਿਆ ਲਈ। ਰਾਮ ਗੁੱਸੇ ਨਾਲ ਮੈਂ ਤੈਨੂੰ ਵੇਖ ਲਵਾਂਗਾ। ਗੁੱਸੇ ਨਾਲ ਕੀ ਹੈ? ਬ੍ਰੈਕਟ ਆਪਾਂ ਯੂਜ਼ ਕੀਤੀ ਹੋਈ ਹੈ। ਉਸ ਤੋਂ ਬਾਅਦ ਆ ਗਿਆ ਬੇਟਾ ਆਪਣੇ ਕੋਲ ਜੋੜਨੀ। ਜੋੜਨੀ ਕਹਿੰਦੇ ਇਹ ਕਿੱਥੇ ਹੁੰਦਾ ਹੈ? ਇਹ ਸਮਾਸੀ ਸ਼ਬਦ ਜਿਵੇਂ ਸਮਾਨ ਵਿਧੀ ਨਾਲ ਬਣੇ ਸ਼ਬਦਾਂ ਵਿੱਚ ਯੂਜ਼ ਹੁੰਦਾ ਹੈ, ਜਿਵੇਂ ਅਖੰਡ ਪਾਠ, ਸਰਵ ਸੰਮਤੀ, ਦਿਨ ਰਾਤ, ਸੁਖ ਸ਼ਾਂਤੀ, ਇਹਨਾਂ 'ਚ ਜੋੜਨੀ ਸ਼ਬਦ ਯੂਜ਼ ਹੁੰਦਾ ਹੈ। ਉਸ ਤੋਂ ਬਾਅਦ ਹੈ ਬੇਟਾ ਬਿੰਦੀ। ਇਹ ਅੰਕਾਂ ਦੇ ਪਿੱਛੇ ਜਾਂ ਸੰਖੇਪ ਵਿੱਚ ਲਿਖੀਆਂ ਡਿਗਰੀਆਂ, ਜਾਂ ਤਾਂ ਅੰਕ ਜਿਵੇਂ ਆਪਾਂ 1 ਲਿਖਦੇ ਹਾਂ, 2 ਲਿਖਦੇ ਹਾਂ, 3 ਲਿਖਦੇ ਹਾਂ, ਜਾਂ ਆਪਾਂ ਡਿਗਰੀਜ਼ ਜਿਵੇਂ ਮੈਂ ਲਿਖਾਂ, ਮੈਂ MA ਲਿਖ ਰਹੀ ਹਾਂ, M ਡੋਟ ਬਿੰਦੀ A। ਇਸ ਤਰ੍ਹਾਂ ਕਹਿੰਦੇ ਆਪਾਂ ਬਿੰਦੀ ਕਿੱਥੇ ਲਗਾਉਂਦੇ ਹਾਂ? ਅੰਕਾਂ ਦੇ ਪਿੱਛੇ ਜਾਂ ਡਿਗਰੀਆਂ ਹੁੰਦੀਆਂ ਨੇ ਜਿਹੜੀਆਂ ਆਪਣੀਆਂ। ਉਸ ਤੋਂ ਬਾਅਦ ਹੈ ਬੇਟਾ ਛੁੱਟ ਮਰੋੜੀ। ਛੁੱਟ ਮਰੋੜੀ ਕੀ ਹੈ? ਬੋਲਚਾਲ ਦੀ ਭਾਸ਼ਾ ਨੂੰ ਲਿਖਣ ਵੇਲੇ ਕੋਈ ਅੱਖਰ ਛੱਡਿਆ ਜਾਂਦਾ ਹੈ, ਜਦੋਂ ਕੋਈ ਅੱਖਰ ਛੱਡਿਆ ਜਾਂਦਾ ਹੈ, ਜਿਵੇਂ ਆਪਾਂ ਲਿਖ ਦਿੰਦੇ ਹਾਂ, ਤੁਸੀਂ ਵਿੱਚ ਦੇਖਿਆ ਹੈ, ਤੇ ਉੱਤੇ ਦੀ ਥਾਂ 'ਤੇ ਆਪਾਂ ਤੇ ਲਿਖ ਦਿੰਦੇ ਹਾਂ, ਇਕੱਠ ਦੀ ਥਾਂ ਆਪਾਂ ਇਕੱਠ ਲਿਖ ਦਿੰਦੇ ਹਾਂ। ਕਹਿੰਦੇ ਜਦੋਂ ਆਪਾਂ ਕੋਈ ਅਕਸ਼ਰ ਛੋੜ ਕੇ ਲਿਖਣਾ ਹੋਵੇ, ਉਦੋਂ ਆਪਾਂ ਕੀ ਵਰਤਦੇ ਹਾਂ? ਛੁੱਟ ਮਰੋੜੀ। ਹੁਣ ਬੇਟਾ ਆਪਾਂ ਪੜ੍ਹਿਆ ਕਿ ਵਿਸ਼ਰਾਮ ਚਿੰਨ੍ਹ ਕਹਿੰਦੇ ਕਿਹਨੂੰ ਨੇ, ਅਤੇ ਇਸ ਦੀਆਂ ਕਿਸਮਾਂ ਕਿਹੜੀਆਂ ਕਿਹੜੀਆਂ ਹਨ।